ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਵਜੀਦ ਜੀ ਦੇ ਸ਼ਲੋਕ ਭਾਗ 2 ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਜੋ ਵਿਦਿਆਰਥੀ ਪਹਿਲੀ ਵਾਰ ਇਸ ਚੈਨਲ ਨੂੰ ਸੁਣ ਰਹੇ ਹਨ, ਦੇਖ ਰਹੇ ਹਨ, ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਜ਼ਰੂਰ ਦਬਾ ਲੈਣ, ਤਾਂ ਜੋ ਆਉਣ ਵਾਲੀਆਂ ਵੀਡੀਓ ਉਹਨਾਂ ਵਿਦਿਆਰਥੀਆਂ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਔਰ ਇਸ ਦੇ ਨਾਲ ਹੀ ਭਾਗ 1 ਦੀ ਵੀਡੀਓ ਵੀ ਜ਼ਰੂਰ ਵੇਖ ਲੈਣ, ਤਾਂ ਜੋ ਲੜੀ ਨੂੰ ਜੋੜਿਆ ਜਾ ਸਕੇ। ਅੱਜ ਦੀ ਕਲਾਸ ਦੇ ਵਿੱਚ ਅਸੀਂ ਇੱਕ ਨਾ ਮਹਿਲ ਉਸਾਰੇ ਮੰਮਟ ਮਾੜੀਆਂ, ਇਹ ਬਾਬਾ ਵਜੀਦ ਜੀ ਦਾ ਸ਼ਲੋਕ ਹੈ, ਇਸ ਤੋਂ ਗੱਲ ਸ਼ੁਰੂ ਕਰਨ ਜਾ ਰਹੇ ਹਾਂ। ਇਸ ਸ਼ਲੋਕ ਦੇ ਵਿੱਚ ਵੀ ਬਾਬਾ ਵਜੀਦ ਨੇ ਆਰਥਿਕ ਕਾਣੀ ਵੰਡ ਦੇ ਉੱਤੇ ਵਿਅੰਗ ਕਰਦਿਆਂ ਹੋਇਆਂ ਕਿਹਾ ਹੈ ਕਿ ਇੱਕ ਨਾ ਮਹਿਲ ਉਸਾਰੇ, ਕਿ ਇਸ ਸੰਸਾਰ ਦੇ ਵਿੱਚ ਇੱਕ ਨਾ ਭਾਵ ਕੁਝ ਲੋਕ ਅਜਿਹੇ ਹਨ ਜਿਹੜੇ ਮਹਿਲ ਮਾੜੀਆਂ ਉਸਾਰਦੇ ਹਨ, ਭਾਵ ਉੱਚੇ ਉੱਚੇ ਮਹਿਲ ਮੁਨਾਰੇ ਮੰਮਟ ਮਾੜੀਆਂ ਜਿਹੜੀਆਂ ਨੇ ਉਹ ਬਣਾਉਂਦੇ ਹਨ। ਇੱਕ ਨਾ ਭਾਰ ਉਠਾਏ ਸਿਰ 'ਤੇ ਖਾਰੀਆਂ, ਭਾਵ ਜੋ ਧਨਵਾਨ ਲੋਕ ਹਨ, ਦੌਲਤਮੰਦ ਹਨ, ਉਹ ਤਾਂ ਹਰ ਰੋਜ਼ ਆਪਣੇ ਲਈ ਜੋ ਹੈ ਨਵੇਂ ਤੋਂ ਨਵੇਂ ਮਹਿਲ ਬਣਾਉਣ ਦੀਆਂ ਸਕੀਮਾਂ ਘੜਦੇ ਹਨ ਅਤੇ ਉਹਨਾਂ ਸਕੀਮਾਂ ਨੂੰ ਸਿਰੇ ਚੜ੍ਹਾਉਣ ਦੇ ਲਈ ਮਜ਼ਦੂਰਾਂ ਨੂੰ ਲਾ ਕੇ ਆਪਣਾ ਕੰਮ ਸ਼ੁਰੂ ਕਰਦੇ ਹਨ। ਇੱਕ ਨਾ ਭਾਰ ਉਠਾਏ ਸਿਰ 'ਤੇ ਖਾਰੀਆਂ, ਕੁਝ ਇੱਕ ਨਾ ਭਾਵ ਕੁਝ ਅਜਿਹੇ ਹਨ ਜਿਹੜੇ ਮਹਿਲ ਮਾੜੀਆਂ ਬਣਵਾਉਂਦੇ ਹਨ ਆਪਣੇ ਰਹਿਣ ਦੇ ਲਈ। ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹਨ ਜਿਹੜੇ ਇਹਨਾਂ ਮਹਿਲਾਂ ਮਾੜੀਆਂ ਦੇ ਨਿਰਮਾਣ ਦੇ ਲਈ ਆਪਣੇ ਸਿਰਾਂ ਦੇ ਉੱਤੇ ਭਾਰ ਚੁੱਕ ਚੁੱਕ ਕੇ ਸਿਰ 'ਤੇ ਖਾਰੀਆਂ ਭਾਵ ਟੋਕਰੀਆਂ ਜੋ ਭਰੀਆਂ ਹੋਈਆਂ ਮਿੱਟੀ ਦੀਆਂ, ਸੀਮਟ ਦੀਆਂ, ਉਹ ਭਾਰ ਆਪਣੇ ਸਿਰਾਂ 'ਤੇ ਚੁੱਕ ਚੁੱਕ ਕੇ ਇਹਨਾਂ ਦੇ ਮਹਿਲ ਮਾੜੀਆਂ ਦਾ ਨਿਰਮਾਣ ਕਰਦੇ ਹਨ। ਦੂਜੇ ਪਾਸੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਧਨਵਾਨਾਂ ਦਿਆਂ ਘਰਾਂ ਦੇ ਵਿੱਚ ਕੰਮ ਕਰਦਿਆਂ ਹੋਇਆਂ ਇਹ ਲੋਕ ਜਿਹੜੇ ਨੇ ਨਿਰੰਤਰ ਇਹਨਾਂ ਦਾ ਭਾਰ ਢੋਂਦੇ ਹਨ। ਇੱਕ ਨਾ ਹੇਠ ਤੁਰੇ ਇੱਕ ਫਿਰਦੇ ਦਰੋ ਦਰ। ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੇ ਹੇਠ ਜੋ ਹੈ ਵੰਨ ਸੁਵੰਨੇ ਆਲੀਸ਼ਾਨ ਜੋ ਸਾਧਨ ਵੀ ਹਨ, ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਹਾਥੀ ਘੋੜੇ ਸੈਰ ਕਰਨ ਦੇ ਲਈ ਜਾਂ ਸਵਾਰੀ ਕਰਨ ਦੇ ਲਈ ਹੁੰਦੇ ਸਨ। ਸੋ ਕੁਝ ਲੋਕ ਅਜਿਹੇ ਹਨ ਜੋ ਲੰਮੇ ਪੈਂਡੇ ਵੀ ਜਿਹੜੇ ਨੇ ਪੈਦਲ ਤੁਰ ਤੁਰ ਕੇ ਹੀ ਦਰੋ ਦਰ ਧੱਕੇ ਖਾਂਦੇ ਹੋਏ ਤੈਅ ਕਰਦੇ ਹਨ। ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ, ਇੰਜ ਕਰ ਬਾਬਾ ਵਜੀਦ ਕਹਿ ਰਹੇ ਨੇ। ਪਰ ਇਸ ਦੇ ਬਾਵਜੂਦ ਵੀ ਮਨੁੱਖ ਦੀ ਇੰਨੀ ਬੁੱਕਤ ਨਹੀਂ ਹੈ ਕਿ ਉਹ ਉਸ ਕਾਦਰ ਨੂੰ ਕੁਝ ਕਹਿ ਸਕੇ, ਕਿਉਂਕਿ ਇਹ ਉਸ ਦੀ ਰਜਾ ਹੈ। ਉਸਨੇ ਅਜਿਹਾ ਵਰਤਾਰਾ ਸਮਾਜ ਦੇ ਵਿੱਚ ਕਿਉਂ ਵਰਤਾਇਆ ਹੈ, ਇਹ ਸਿਰਫ ਉਹ ਕਾਦਰ, ਉਹ ਕੁਦਰਤ, ਉਹ ਪਰਮਾਤਮਾ ਜੋ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਉਹੀ ਜਾਣਦਾ ਹੈ ਕਿ ਕਿਸੇ ਨੂੰ ਇੰਨਾ ਅਮੀਰ ਕਿਉਂ ਬਣਾ ਦਿੰਦਾ ਹੈ ਅਤੇ ਕਿਸੇ ਨੂੰ ਜੋ ਹੈ ਭਿਖਾਰੀ ਕਿਉਂ ਬਣਾ ਦਿੰਦਾ ਹੈ। ਇਹ ਰਹੱਸ ਜਿਹੜਾ ਹੈ ਇਹ ਮਨੁੱਖ ਦੇ ਵਸ ਵਿੱਚ ਨਹੀਂ ਹੈ ਕਿ ਉਹ ਇਸ ਦੇ ਬਾਰੇ ਕੋਈ ਕਿੰਤੂ ਪਰੰਤੂ ਕਰ ਸਕੇ। ਇੱਕ ਕਰਦੇ ਜੁਹਦ ਮੁਸ਼ੱਕਤ ਕਰਨ ਮਜ਼ਦੂਰੀਆਂ। ਕੁਝ ਲੋਕ ਅਜਿਹੇ ਹਨ ਸੰਸਾਰ ਦੇ ਵਿੱਚ ਜੋ ਕਰਦੇ ਜੁਹਦ ਮੁਸ਼ੱਕਤ, ਜੁਹਦ ਤੋਂ ਭਾਵ ਹੈ ਬੜੀ ਕਰੜੀ ਘਾਲਣਾ ਘਾਲਦੇ ਹਨ, ਤਪੱਸਿਆ ਕਰਨਾ ਇੱਕ ਤਰ੍ਹਾਂ ਦੇ ਨਾਲ। ਕੁਝ ਲੋਕ ਅਜਿਹੇ ਹਨ ਜਿਹੜੇ ਨਿਰੰਤਰ ਮੁਸ਼ੱਕਤ ਕਰਦੇ ਹਨ, ਮਿਹਨਤ ਮਜ਼ਦੂਰੀਆਂ ਕਰਦੇ ਹਨ, ਘਾਲਣਾ ਘਾਲਦੇ ਹਨ ਸਾਰੀ ਉਮਰ, ਫਿਰ ਵੀ ਜੋ ਹੈ ਉਹਨਾਂ ਨੂੰ ਭਰ ਪੇਟ ਖਾਣਾ ਨਸੀਬ ਨਹੀਂ ਹੁੰਦਾ। ਇੱਕ ਘਰ ਹੀ ਬੈਠੇ ਖਾਣ ਕੁੱਟ ਕੁੱਟ ਚੂਰੀਆਂ। ਅਤੇ ਕੁਝ ਅਜਿਹੇ ਹਨ ਸੰਸਾਰ ਦੇ ਵਿੱਚ ਜੋ ਬਿਲਕੁਲ ਵਿਹਲੇ ਰਹਿੰਦੇ ਹਨ ਔਰ ਫਿਰ ਵੀ ਚੰਗੇ ਚੋਖੇ ਪਦਾਰਥ ਜਿਹੜੇ ਨੇ ਉਹ ਖਾਂਦੇ ਹਨ। ਤਿੰਨਾਂ ਗਰੀਬਾਂ ਨੂੰ ਲੈ ਆਵਣ ਬੰਨ ਕਰ, ਕਿਉਂਕਿ ਜਿਹੜੇ ਦੌਲਤਮੰਦ ਹਨ ਆਪਣੀ ਦੌਲਤ ਦੇ ਬਲ 'ਤੇ, ਦੌਲਤ ਦੇ ਜ਼ੋਰ 'ਤੇ ਇਹ ਜੋ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਲੋਕ ਹਨ, ਇਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਆਪਣਾ ਗੁਲਾਮ ਬਣਾ ਲੈਂਦੇ ਹਨ, ਬੰਧਕ ਬਣਾ ਲੈਂਦੇ ਹਨ। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ, ਇੰਜ ਕਰ। ਇਸ ਲਈ ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਉਸ ਸਾਹਿਬ ਨੂੰ, ਉਸ ਕਾਦਰ ਨੂੰ, ਕੁਦਰਤ ਨੂੰ ਕੁਝ ਕਹਿ ਸਕਣ ਦੀ ਸਮਰੱਥਾ ਕਿਸੇ ਦੇ ਵਿੱਚ ਵੀ ਨਹੀਂ ਹੈ, ਕਿਉਂਕਿ ਕੋਈ ਵੀ ਮਨੁੱਖ ਜੋ ਹੈ ਸੰਸਾਰ ਦੇ ਵਿੱਚ ਕਿਸੇ ਨੂੰ ਵੀ ਗੱਲ ਕਰੇ ਬਿਨਾਂ ਨਹੀਂ ਰਹਿੰਦਾ। ਪਰ
ਉਸ ਕਾਦਰ ਦੇ ਉੱਤੇ ਕਿਸੇ ਦਾ ਵਸ ਨਹੀਂ ਚੱਲਦਾ, ਵਰਨਾ ਮਨੁੱਖ ਘੱਟ ਤਾਂ ਨਾ ਕਰੇ, ਪਰ ਉਸ ਦੇ ਉੱਤੇ ਮਨੁੱਖ ਦਾ ਕੋਈ ਵੀ ਵਸ ਨਹੀਂ ਚੱਲਦਾ। ਕੋਈ ਨਹੀਂ ਉਸ ਨੂੰ ਕਹਿ ਸਕਦਾ ਕਿ ਤੂੰ ਅਜਿਹਾ ਕਿਉਂ ਕਰ ਰਿਹਾ ਹੈ, ਕਿਉਂਕਿ ਸਮਾਜ ਦੇ ਵਿੱਚ ਕੋਈ ਵੀ ਵਿਤਕਰਾ ਕਰੇ ਤਾਂ ਮਨੁੱਖ ਝੱਟ ਉਸ ਨੂੰ ਕਹਿ ਦਿੰਦਾ ਹੈ, ਪਰ ਉਸ ਕਾਦਰ 'ਤੇ ਕਿਸੇ ਦਾ ਵਸ ਨਹੀਂ ਚੱਲਦਾ। ਉਹ ਆਪਣੀ ਰਜ਼ਾ ਅਨੁਸਾਰ, ਆਪਣੀ ਮਰਜ਼ੀ ਅਨੁਸਾਰ ਮਨੁੱਖ ਦੇ ਪ੍ਰਭਾਵ ਤੋਂ ਮੁਕਤ ਹੈ। ਕਹਿਓ ਸਤ ਸਲਾਮ ਹਮਾਰੀ ਰਾਮ ਕੋ, ਰਹਿ ਨੈਣ ਝਰ ਲਾਏ ਤੁਮਹਾਰੇ ਨਾਮ ਸਿਓ। ਬਾਬਾ ਵਜੀਦ ਜੀ ਕਹਿ ਰਹੇ ਹਨ ਕਿ ਕਹਿਓ ਸਤ ਸਲਾਮ ਹਮਾਰੀ ਰਾਮ ਕੋ, ਕਿ ਜੇਕਰ ਮੇਰੀ ਗੱਲ ਕੋਈ ਉਸ ਕਾਦਰ ਤੱਕ, ਉਸ ਕਣ ਕਣ ਵਿੱਚ ਰਮੀ ਕੁਦਰਤ ਤੱਕ, ਪਰਮਾਤਮਾ ਤੱਕ ਪਹੁੰਚਾ ਸਕਦਾ ਹੈ, ਤਾਂ ਮੇਰੀ ਇੱਕੋ ਹੀ ਅਰਜ਼ੋਈ ਹੈ, ਬੇਨਤੀ ਹੈ, ਜੋਦੜੀ ਹੈ ਕਿ ਕਹਿਓ ਸਤ ਸਲਾਮ। ਮੇਰੇ ਵੱਲੋਂ ਸਤ ਤੋਂ ਭਾਵ ਸੱਚੀ ਵੀ ਹੋ ਸਕਦਾ ਹੈ, ਜੋ ਸੱਚੇ ਦਿਲੋਂ ਕਹੀ ਗਈ ਗੱਲ, ਔਰ ਸਤ ਤੋਂ ਭਾਵ ਸੱਤ ਵੀ ਹੋ ਸਕਦਾ ਹੈ, ਭਾਵ ਜਿਵੇਂ ਅਸੀਂ ਸੱਤੇ ਖੈਰਾਂ ਕਹਿੰਦੇ ਹਾਂ, ਇਸੇ ਤਰ੍ਹਾਂ ਉਹ ਕਹਿ ਰਹੇ ਹਨ ਕਿ ਕਹਿਓ ਸਤ ਸਲਾਮ ਹਮਾਰੀ। ਮੇਰੀ 100 ਵਾਰੀ ਜੋ ਸੱਚੀ ਸੁੱਚੀ ਹਿਰਦੇ ਦੇ ਵਿੱਚੋਂ ਨਿਕਲੀ ਹੋਈ ਇੱਕ ਬੰਦਗੀ ਜਾਂ ਨਮਨ ਦੇ ਭਾਵ ਜਿਹੜੇ ਨੇ, ਉਹ ਮੇਰੇ ਉਸ ਕਾਦਰ ਤੱਕ ਕੋਈ ਪਹੁੰਚਾ ਦੇਵੇ। ਰਹਿ ਨੈਣ ਝਰ ਲਾਏ ਤੁਮਹਾਰੇ ਨਾਮ ਸਿਓ, ਔਰ ਉਸ ਤੱਕ ਮੇਰਾ ਇਹ ਸੰਦੇਸ਼ਾ ਪਹੁੰਚਾ ਦੇਵੇ ਕਿ ਮੇਰੇ ਨੈਣ ਜਿਹੜੇ ਨੇ ਦਿਨ ਰਾਤ ਉਸ ਦੇ ਦੀਦਾਰ ਦੇ ਲਈ ਤੜਪ ਰਹੇ ਨੇ। ਨੈਣਾਂ ਦੇ ਵਿੱਚ ਹੰਝੂਆਂ ਦੀ ਝੜੀ ਲੱਗੀ ਹੋਈ ਹੈ ਉਸ ਪ੍ਰੀਤਮ ਪਿਆਰੇ ਦੇ ਦੀਦਾਰ ਕਰਨ ਦੇ ਲਈ। ਕੋਈ ਮੇਰੇ ਮਨ ਦੀ ਸੱਚੀ ਪ੍ਰੀਤ, ਮੇਰੇ ਮਨ ਦੇ ਭਾਵ ਜਿਹੜੇ ਨੇ ਉਸ ਤੱਕ ਪਹੁੰਚਾ ਦੇਵੇ। ਥੋੜੀ ਕੀਜੇ ਟਹਿਲ ਬਹੁਤ ਕਰ ਮਾਨੀਏ। ਔਰ ਮੇਰੇ ਮਨ ਦੇ ਭਾਵ ਇਹ ਨੇ ਕਿ ਉਹ ਕਾਦਰ, ਉਹ ਪਰਮਾਤਮਾ ਜੋ ਹੈ, ਮੇਰੀ ਥੋੜ੍ਹੀ ਜਿਹੀ ਕੀਤੀ ਗਈ ਬੰਦਗੀ, ਕਿਉਂਕਿ ਮੈਂ ਬੰਦਗੀ ਕਰਨ ਦੇ ਸਮਰੱਥ ਹੀ ਨਹੀਂ ਹਾਂ, ਮੇਰੇ ਵਿੱਚ ਇੰਨੀ ਬੁੱਕਤ ਨਹੀਂ ਹੈ, ਜਾਂ ਮੇਰੀ ਜੋ ਹੈ ਇੰਨੀ ਘਾਲਣਾ ਕਰਨ ਦੀ ਸਮਰੱਥਾ, ਘਾਲਣ ਦੀ ਸਮਰੱਥਾ ਨਹੀਂ ਹੈ। ਪਰ ਜਿੰਨਾ ਕੁਝ ਵੀ ਮੈਂ ਆਪਣੇ ਸੱਚੇ ਦਿਲੋਂ ਉਸ ਨੂੰ ਅਰਾਧਿਆ ਹੈ, ਜਿੰਨਾ ਵੀ ਉਹ ਮੇਰੀ ਬੰਦਗੀ, ਮੇਰੀ ਸੇਵਾ, ਜੋ ਟਹਿਲ ਮੇਰੇ ਵੱਲੋਂ ਕੀਤੀ ਗਈ ਹੈ, ਉਸੇ ਨੂੰ ਹੀ ਉਹ ਬਹੁਤੀ ਕਰਕੇ ਸਵੀਕਾਰ ਕਰ ਲਈ ਜਾਏ। ਥੋੜ੍ਹੀ ਕੀਜੇ ਟਹਿਲ ਬਹੁਤ ਕਰ ਮਾਨੀਏ, ਭਾਵ ਮੈਂ ਤਾਂ ਨਿਮਾਣਾ ਜਿਹਾ ਹਾਂ, ਮੇਰੇ ਪੱਲੇ ਕੁਝ ਨਹੀਂ ਹੈ, ਮੈਂ ਥੋੜ੍ਹੀ ਬਹੁਤ ਜੋ ਬੰਦਗੀ ਕੀਤੀ ਹੈ, ਕੋਈ ਚੰਗੇ ਕਰਮ ਕੀਤੇ ਹਨ, ਉਹਨਾਂ ਨੂੰ ਹੀ ਬਹੁਤੇ ਸਮਝ ਕੇ ਸਵੀਕਾਰ ਕਰ ਲਵੇ। ਵਜੀਦਾ ਬੰਦਾ ਖਿਦਮਤਗਾਰ ਨਫਰ ਕਰ ਜਾਨੀਏ। ਇਸ ਤਰ੍ਹਾਂ ਬਾਬਾ ਵਜੀਦ ਜੀ ਕਹਿ ਰਹੇ ਹਨ ਕਿ ਹੇ ਕਾਦਰ, ਮੈਂ ਤਾਂ ਤੇਰਾ ਹੀ ਖਿਦਮਤਗਾਰ, ਖਿਦਮਤਗਾਰ ਉਰਦੂ ਦਾ ਸ਼ਬਦ ਹੈ, ਭਾਵ ਮੈਂ ਤੇਰਾ ਸੇਵਾਦਾਰ ਹਾਂ, ਔਰ ਇਸ ਕਰਕੇ ਮੇਰੀ ਥੋੜ੍ਹੀ ਬਹੁਤ ਕੀਤੀ ਗਈ ਬੰਦਗੀ ਨੂੰ ਸਵੀਕਾਰ ਕਰ ਲੈ। ਵਜੀਦਾ ਬੰਦਾ ਖਿਦਮਤਗਾਰ ਨਫਰ ਕਰ ਜਾਨੀਏ। ਇਸ ਲਈ ਮੈਨੂੰ ਤਾਂ ਆਪਣਾ ਨਫਰ ਭਾਵ ਗੁਲਾਮ ਸਮਝ ਕੇ ਮੇਰੀ ਸੇਵਾ ਨੂੰ ਸਵੀਕਾਰ ਕਰ ਲੈ। ਇਹੀ ਮੇਰੀ ਜੋਦੜੀ ਹੈ ਤੇਰੇ ਚਰਨਾਂ ਦੇ ਵਿੱਚ। ਘੜੀ ਘੜੀ ਘੜਿਆਲ ਕੇ ਵਾਜੇ ਕਹਿਤ ਹੈ। ਫਿਰ ਉਹ ਕਹਿ ਰਹੇ ਨੇ ਕਿ ਘੜੀ ਘੜੀ ਘੜਿਆਲ ਕੇ ਵਾਜੇ ਕਹਿਤ ਹੈ, ਕਿ ਇਹ ਜੋ ਸਮੇਂ ਦੀ ਸੂਚਨਾ ਦੇਣ ਵਾਲਾ ਘੜਿਆਲ ਹੈ, ਇਹ ਮਨੁੱਖ ਤੈਨੂੰ ਇਸ ਗੱਲ ਦੇ ਲਈ ਸੂਚਿਤ ਕਰ ਰਿਹਾ ਹੈ, ਤੈਨੂੰ ਪ੍ਰੇਰਿਤ ਕਰ ਰਿਹਾ ਹੈ, ਤੈਨੂੰ ਜਾਗਰੂਕ ਕਰ ਰਿਹਾ ਹੈ ਕਿ ਬਹੁਤੀ ਗਈ ਵਿਹਾਏ ਥੋੜ੍ਹੀ ਰਹਿਤ ਹੈ। ਕਿ ਭਾਵ ਸਮੇਂ ਦੇ ਜੋ ਘੜਿਆਲ ਵਜਾਉਣ ਵਾਲਾ ਘੜਿਆਲੀ ਹੈ, ਉਹ ਤਾਂ ਤੈਨੂੰ ਸੁਚੇਤ ਕਰ ਰਿਹਾ ਹੈ ਕਿ ਹੇ ਮਨੁੱਖ, ਅਜੇ ਵੀ ਸੰਭਲ ਜਾ, ਤੇਰਾ ਇੰਨਾ ਵਕਤ ਜੋ ਹੈ ਬੀਤ ਚੁੱਕਿਆ ਹੈ, ਔਰ ਇੰਨਾ ਵਕਤ ਰਹਿ ਗਿਆ ਹੈ। ਭਾਵ ਘੜਿਆਲ ਤੈਨੂੰ ਸੂਚਿਤ ਕਰ ਰਿਹਾ ਹੈ ਕਿ ਤੇਰੀ ਜ਼ਿੰਦਗੀ ਦਾ ਇੰਨਾ ਹਿੱਸਾ ਲੰਘ ਚੁੱਕਿਆ ਹੈ, ਔਰ ਤੂੰ ਅਜੇ ਤੱਕ ਵੀ ਕੋਈ ਚੰਗਾ ਕਰਮ ਨਹੀਂ ਕੀਤਾ। ਇਸ ਲਈ ਬਹੁਤੀ ਗਈ ਵਿਹਾਏ ਥੋੜ੍ਹੀ ਰਹਿਤ ਹੈ। ਜੋ ਬਹੁਤੀ ਬੀਤ ਗਈ ਹੈ ਉਸ ਦੀ ਚਿੰਤਾ ਛੱਡ, ਔਰ ਜੋ ਥੋੜ੍ਹੀ ਰਹਿ ਗਈ ਹੈ ਉਸ ਨੂੰ ਲੇਖੇ ਲਾ। ਸਾਈਂ ਬੇਗ ਸਮਾਲ ਜਮ ਕੀ ਰਾਰ ਹੈ। ਅਸਲ ਦੇ ਵਿੱਚ ਰਾਰ ਤੋਂ ਮਤਲਬ ਹੁੰਦਾ ਹੈ ਵੈਰ, ਜਾਂ ਤੇਰੇ ਨਾਲ ਜਿਵੇਂ ਈਰਖਾ ਕਹਿ ਸਕਦੇ ਹਾਂ। ਕਿ ਸਾਈਂ ਬੇਗ ਸਮਾਲ, ਜੋ ਜਮਦੂਤ ਹੈ, ਜਿਸ ਦੇ ਹੱਥ ਦੇ ਵਿੱਚ ਇੱਕ ਅਜਿਹਾ ਗੁਲੇਲਾ ਫੜਿਆ ਹੋਇਆ ਹੈ, ਮੌਤ ਰੂਪੀ ਗੁਲੇਲਾ, ਉਸ ਨੂੰ ਤੇਰੇ ਨਾਲ ਪੱਕਾ ਵੈਰ ਹੈ। ਕਿਉਂ ਵੈਰ ਹੈ? ਕਿਉਂਕਿ ਇਸ ਸੰਸਾਰ ਦੇ ਵਿੱਚ ਆ ਕੇ ਕੋਈ ਚੰਗਾ ਕਰਮ ਨਹੀਂ ਕੀਤਾ। ਇਸ ਸਦਕਾ ਉਹ ਤੈਨੂੰ ਕੌੜੀਆਂ ਨਜ਼ਰਾਂ ਦੇ ਨਾਲ, ਕੈਰੀਆਂ ਨਜ਼ਰਾਂ ਦੇ ਨਾਲ ਵੇਖ ਰਿਹਾ ਹੈ। ਤੇਰੇ ਪ੍ਰਤੀ ਉਸਦੇ ਮਨ ਦੇ ਵਿੱਚ ਰਾਰ ਹੈ, ਵੈਰ ਹੈ।
ਵਜੀਦਾ ਜੰਮ ਕੇ ਹੱਥ ਗੁਲੇਲ ਪਟੱਕਾ ਮਾਰ ਹੈ, ਕਿਉਂਕਿ ਉਸਦੇ ਹੱਥ ਦੇ ਵਿੱਚ ਇੱਕ ਅਜਿਹੀ ਗੁਲੇਲ ਹੈ। ਜਦੋਂ ਉਸਨੇ ਤੈਨੂੰ ਆਪਣਾ ਸ਼ਿਕਾਰ ਬਣਾਇਆ ਔਰ ਗੁਲੇਲ ਉਸਦੇ ਹੱਥੋਂ ਛੁੱਟਦਿਆਂ ਸਾਰ ਹੀ ਤੇਰੀ ਸਾਹਾਂ ਦੀ ਡੋਰ ਜਿਹੜੀ ਆ ਉਹ ਕੱਟੀ ਜਾਣੀ ਹੈ ਔਰ ਤੇਰਾ ਅੰਤ ਹੋ ਜਾਣਾ ਹੈ। ਇਸ ਲਈ ਹੇ ਮਨੁੱਖ, ਇਸ ਪੈਰਾਗ੍ਰਾਫ ਦੇ ਵਿੱਚ ਬਾਬਾ ਵਜੀਦ ਨੇ ਮਨੁੱਖ ਨੂੰ ਵਕਤ ਦੀ ਕਦਰ ਕਰਨ ਦੇ ਲਈ ਪ੍ਰੇਰਿਆ ਹੈ ਕਿ ਜੋ ਇਨਸਾਨ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵਕਤ ਨੂੰ ਅਜਾਈਂ ਨਹੀਂ ਗਵਾਉਂਦਾ, ਵਕਤ ਨੂੰ ਵਿਹਾਉਂਦਾ ਨਹੀਂ, ਵਕਤ ਦੀ ਕਦਰ ਕਰਦਾ ਹੈ, ਉਹੀ ਇਸ ਸੰਸਾਰ ਦੇ ਵਿੱਚ ਸਫਲ ਹੋ ਸਕਦਾ ਹੈ। ਰਵਿਦਾਸ ਚਮਿਆਰ ਧਿਆਇਆ ਕੇਵਲ ਕ੍ਰਿਸ਼ਨ ਹਰੀ। ਫਿਰ ਬਾਬਾ ਵਜੀਦ ਕਹਿ ਰਹੇ ਨੇ ਕਿ ਰਵਿਦਾਸ ਭਗਤ ਜੋ ਹੋਏ ਹਨ ਉਹ ਚਮਾਰ ਕੁਲ ਦੇ ਵਿੱਚ ਪੈਦਾ ਹੋਏ ਹਨ, ਪਰ ਉਹਨਾਂ ਨੇ ਸੱਚੇ ਦਿਲੋਂ ਉਸ ਨੂੰ ਧਿਆਇਆ, ਕਿਸ ਨੂੰ? ਕ੍ਰਿਸ਼ਨ ਹਰੀ ਭਾਵ ਪਰਮਾਤਮਾ ਨੂੰ ਜੋ ਹੈ ਸਿਰਫ ਸੱਚੇ ਦਿਲੋਂ ਅਰਾਧਿਆ ਹੀ ਹੈ। ਵਾਕੀ ਦਮੜੀ ਲਈ ਭੁਜਾ ਪਸਾਰ ਕਰ, ਕਿਉਂਕਿ ਰਵਿਦਾਸ ਭਗਤ ਜੋ ਸੀ ਉਹ ਜੋੜੇ ਬਣਾਉਣ ਦਾ ਕੰਮ ਕਰਦੇ ਸਨ, ਪਰ ਉਹਨਾਂ ਦਾ ਜੋ ਜ਼ਿੰਦਗੀ ਦਾ ਅਸੂਲ ਸੀ, ਜਿਵੇਂ ਹੱਥ ਕਾਰ ਵੱਲ ਔਰ ਦਿਲ ਯਾਰ ਵੱਲ ਭਾਵ ਉਸ ਪ੍ਰੀਤਮ ਪਿਆਰੇ ਵੱਲ ਉਹਨਾਂ ਦੀ ਲਿਵ ਲੱਗੀ ਰਹਿੰਦੀ ਸੀ ਔਰ ਆਪਣੇ ਕੰਮ ਦੇ ਵਿੱਚ ਮਸ਼ਰੂਫ ਰਹਿੰਦੇ ਸਨ, ਪਰ ਸੱਚੇ ਦਿਲੋਂ ਉਸ ਨੂੰ ਅਰਾਧਦੇ ਸਨ। ਇਸ ਲਈ ਉਸ ਦੀ ਬੰਦਗੀ ਪਰਮਾਤਮਾ ਦੇ ਦਰ 'ਤੇ ਸਵੀਕਾਰ ਹੋਈ ਔਰ ਵਾਕੀ ਦਮੜੀ ਲਈ ਭੁਜਾ ਪਸਾਰ ਕਰ। ਕਹਿੰਦੇ ਨੇ ਕਿ ਦਾਸ ਭਗਤ ਜੋ ਸਨ ਉਹ ਜਦੋਂ ਜੋੜੇ ਬਣਾ ਰਹੇ ਸਨ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਭਾਵਨਾ ਸੀ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਜਦੋਂ ਮੌਕਾ ਮਿਲਿਆ ਉਹ ਗੰਗਾ ਮਈਆ ਦੇ ਦੀਦਾਰ ਕਰਨ ਵਾਸਤੇ ਜ਼ਰੂਰ ਜਾਣਗੇ, ਪਰ ਉਹ ਆਪਣੀ ਰੁਝੇਵਿਆਂ ਸਦਕਾ ਜਾ ਨਹੀਂ ਸਕੇ ਔਰ ਕੋਲੋਂ ਦੀ ਲੰਘਦਾ ਹੋਇਆ ਕੋਈ ਬ੍ਰਾਹਮਣਾਂ ਦਾ ਟੋਲਾ ਗੰਗਾ ਦਰਸ਼ਨਾਂ ਲਈ ਜਾ ਰਿਹਾ ਸੀ। ਉਹਨਾਂ ਨੇ ਆਪਣੀ ਜੋ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ, ਮਿਹਨਤ ਦੀ ਕਮਾਈ ਦੇ ਵਿੱਚੋਂ ਇੱਕ ਦਮੜੀ ਜੋ ਜੋੜੀ ਹੋਈ ਸੀ ਗੰਗਾ ਮਈਆ ਦੇ ਲਈ ਭੇਟਾ ਚੜਾਉਣ ਦੇ ਲਈ, ਉਹ ਉਹਨਾਂ ਬ੍ਰਾਹਮਣਾਂ ਨੂੰ ਦੇ ਕੇ ਇਹ ਤਾਕੀਦ ਕਰ ਦਿੱਤੀ ਕਿ ਮੇਰੀ ਦਮੜੀ ਜੋ ਹੈ ਉਹ ਤੁਸੀਂ ਉੱਥੇ ਚੜਾ ਦੇਣੀ ਹੈ। ਪਰ ਕਹਿੰਦੇ ਕਿ ਬ੍ਰਾਹਮਣ, ਕਿਉਂਕਿ ਉਹ ਆਪਣੇ ਆਪ ਨੂੰ ਉੱਚੀ ਕੁੱਲ ਦੇ ਸਮਝਦੇ ਸਨ ਔਰ ਉਹ ਰਵਿਦਾਸ ਨੂੰ ਨੀਵੀਂ ਜਾਤ ਦਾ ਸਮਝਦਿਆਂ ਹੋਇਆਂ ਹਕਾਰਤ ਦੀ ਦ੍ਰਿਸ਼ਟੀ ਨਾਲ ਵੇਖਦੇ ਸਨ, ਭਾਵ ਨਫ਼ਰਤ ਕਰਦੇ ਸਨ, ਔਰ ਉਹਨਾਂ ਨੇ ਉਸ ਦੀ ਦਮੜੀ ਨੂੰ ਵੇਖ ਕੇ ਜੋ ਹੈ ਇੱਕ ਤਰ੍ਹਾਂ ਦੇ ਨਾਲ ਮਜ਼ਾਕ ਦਾ ਪਾਤਰ ਬਣਾਇਆ ਰਵਿਦਾਸ ਭਗਤ ਨੂੰ। ਪਰ ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਉਹ ਬ੍ਰਾਹਮਣ ਕਿਉਂਕਿ ਧਨਵਾਨ ਸਨ, ਆਪਣੇ ਆਪ ਨੂੰ ਪ੍ਰਭੂ ਦੇ ਭਗਤ ਸਮਝਦੇ ਸਨ ਔਰ ਭਗਤ ਰਵਿਦਾਸ ਨੂੰ ਜੋ ਹੈ ਉਹ ਛੋਟੀ ਜਾਤ ਦਾ ਹੋਣ ਸਦਕੇ ਨਫ਼ਰਤ ਕਰਦੇ ਸਨ। ਪਰ ਜੋ ਭਗਵਾਨ ਨੇ ਜਾਂ ਗੰਗਾ ਮਈਆ ਨੇ, ਜੋ ਕਿ ਮਿਥਿਹਾਸਕ ਕਥਾ ਹੈ ਕਿ ਉਸ ਦੀ ਦਮੜੀ ਜਿਹੜੀ ਸੀ ਉਹ ਆਪ ਉਹਨਾਂ ਬ੍ਰਾਹਮਣਾਂ ਦੇ ਕੋਲੋਂ ਬਾਂਹ ਕੱਢ ਕੇ ਮੰਗ ਕੇ ਸਵੀਕਾਰ ਕੀਤੀ। ਇਸ ਤਰ੍ਹਾਂ ਬਾਬਾ ਵਜੀਦ ਜੀ ਦੇ ਕਹਿਣ ਦਾ ਭਾਵ ਇਹ ਹੈ ਕਿ ਪਰਮਾਤਮਾ ਦੇ ਦਰ ਦੇ ਉੱਤੇ ਜਾਤ, ਕੋਈ ਉੱਚੀ ਜਾਤ ਦਾ ਮਨੁੱਖ ਹੈ ਜਾਂ ਨੀਵੀਂ ਜਾਤ ਦਾ ਮਨੁੱਖ ਹੈ, ਇਹ ਕੋਈ ਮਸਲਾ ਨਹੀਂ ਹੈ। ਪਰਮਾਤਮਾ ਦੇ ਦਰ 'ਤੇ ਸੱਚੇ ਦਿਲੋਂ ਕੀਤੀ ਗਈ ਭਗਤੀ ਸਵੀਕਾਰ ਹੁੰਦੀ ਹੈ। ਇਸੇ ਕਰਕੇ ਉਹਨਾਂ ਨੇ ਰਵਿਦਾਸ ਭਗਤ ਦੀ ਜੋ ਇੱਕ ਦਮੜੀ ਸੀ ਉਸ ਨੂੰ ਵੀ ਆਪ ਬਾਂਹ ਕੱਢ ਕੇ ਸਵੀਕਾਰ ਕੀਤਾ। ਦੂਜੇ ਪਾਸੇ ਨਾਈ ਸੈਣ ਤੇ ਆਇਆ ਸੰਤਾਂ ਸੇਵਕਰ, ਕਿ ਜੋ ਭਗਤ ਸੈਣ ਹੋਏ ਹਨ ਉਹ ਬਰਾਦਰੀ ਵਜੋਂ, ਜਾਤ ਵਜੋਂ ਨਾਈ ਸਨ, ਪਰ ਉਹਨਾਂ ਨੇ ਸੰਤਾਂ ਦੀ ਸੇਵਾ ਹੀ ਸੱਚੇ ਦਿਲੋਂ ਕਰਕੇ ਪਰਮਾਤਮਾ ਨੂੰ ਪਾ ਲਿਆ। ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਝ ਕਰ। ਬਾਬਾ ਵਜੀਦ ਕਹਿ ਰਹੇ ਨੇ ਕਿ ਸਾਹਿਬ ਉਸ ਪਰਮਾਤਮਾ 'ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਕਿਉਂਕਿ ਜੇਕਰ ਜ਼ੋਰ ਚੱਲਦਾ ਹੁੰਦਾ ਤਾਂ ਜ਼ਰੂਰ ਉੱਚੀ ਕੁੱਲ ਵਾਲੇ ਲੋਕ ਜਿਹੜੇ ਸਨ ਉਹ ਕਦੇ ਵੀ ਨੀਵੀਂ ਜੋ ਕੁੱਲ ਦੇ ਲੋਕ ਨੇ ਉਹਨਾਂ ਨੂੰ ਪ੍ਰਭੂ ਦੇ ਕਰੀਬ ਨਾ ਆਉਣ ਦਿੰਦੇ। ਇਹ ਤਾਂ ਪ੍ਰਭੂ ਹੈ ਜੋ ਮਨੁੱਖ ਦੇ ਕੀਤੇ ਹੋਏ ਕਰਮਾਂ ਸਦਕਾ ਉਸਦੇ ਜੋ ਚੰਗੇ ਕਰਮ ਨੇ ਉਹਨਾਂ ਦੇ ਆਧਾਰ 'ਤੇ ਉਹਨਾਂ ਨੂੰ ਆਪਣੇ ਦਿਲ ਦੇ ਨੇੜੇ ਕਰਦਾ ਹੈ। ਇਸ ਤਰ੍ਹਾਂ ਜੋ ਅਖੌਤੀ ਉੱਚੀ ਕੁੱਲ ਦੇ ਲੋਕ ਹਨ ਉਹਨਾਂ ਦਾ ਕੋਈ ਵਸ ਨਹੀਂ ਚੱਲਦਾ, ਨਹੀਂ ਤਾਂ ਉਹ ਪਰਮਾਤਮਾ ਦੇ ਵੀ ਆਦੇਸ਼ ਦੇਣੋਂ ਨਾ ਟਲ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ ਜਿਵੇਂ ਉਹ ਜਾ ਰਹੇ ਹਨ। ਧੰਨੇ ਠਾਕੁਰ ਪਾਇਆ ਪਹਿਰ ਅਰਾਧ ਕਰ। ਫਿਰ ਬਾਬਾ ਵਜੀਦ ਜੀ ਨੇ ਧੰਨੇ ਭਗਤ ਦਾ ਜ਼ਿਕਰ ਕੀਤਾ ਹੈ ਕਿ ਧੰਨੇ ਭਗਤ ਨੇ ਤਾਂ ਸਿਰਫ ਇੱਕ ਪਹਿਰ ਦੇ ਲਈ ਹੀ ਬੰਦਗੀ ਕੀਤੀ ਸੀ, ਸੱਚੇ ਦਿਲੋਂ
ਕੀਤੀ ਗਈ ਉਹਨਾਂ ਦੀ ਬੰਦਗੀ ਜਿਹੜੀ ਸੀ, ਆਰਾਧਨਾ ਜੋ ਸੀ, ਉਹ ਪਰਮਾਤਮਾ ਦੇ ਦਰ 'ਤੇ ਅਜਿਹੀ ਸਵੀਕਾਰ ਹੋਈ। ਕਿਹਾ ਜਾਂਦਾ ਹੈ ਕਿ ਜੋ ਅਧਿਆਤਮਿਕ ਦ੍ਰਿਸ਼ਟੀ ਤੋਂ ਜੋ ਸਾਡੀਆਂ ਮਿਥਿਹਾਸਕ ਕਥਾਵਾਂ ਹਨ, ਉਹਨਾਂ ਦੇ ਵਿੱਚ ਆਉਂਦਾ ਹੈ ਕਿ ਧੰਨੇ ਭਗਤ ਨੇ ਤਾਂ ਠਾਕੁਰ ਨੂੰ, ਉਸ ਪਰਮਾਤਮਾ ਨੂੰ ਜੋ ਹੈ ਇੱਕ ਪੈਰ ਧਿਆ ਕੇ ਹੀ ਅਜਿਹਾ ਖੁਸ਼ ਕਰ ਲਿਆ ਕਿ ਪਰਮਾਤਮਾ ਉਸ ਦੀਆਂ ਗਊਆਂ ਚਰਾਉਂਦਾ ਸੀ ਜਿਵੇਂ, ਔਰ ਉਸ ਦੇ ਹਰ ਕੰਮ ਜਿਹੜੇ ਸੀ ਉਸ ਦੀ ਰਜ਼ਾ ਅਨੁਸਾਰ ਕਰਦਾ ਸੀ। ਕਿਉਂ ਉਸ ਦੀ ਗੁਲਾਮੀ ਕਰਦਾ ਸੀ? ਕਿਉਂਕਿ ਉਸ ਦੀ ਭਗਤੀ ਤੋਂ ਖੁਸ਼ ਹੋ ਕੇ ਪਰਮਾਤਮਾ ਹਰ ਪਲ ਉਸ ਦੇ ਹੁਕਮ ਦੀ ਪਾਲਣਾ ਕਰਨ ਦੇ ਲਈ ਤਿਆਰ ਰਹਿੰਦਾ ਸੀ। ਗਜਪਤੀ ਸੁਰਗ ਸਿਧਾਰਿਆ ਇੱਕ ਠਣ ਸੇਵਾ ਕਰ। ਇਸੇ ਤਰ੍ਹਾਂ ਗਜਪਤੀ ਜੋ ਹਾਥੀ ਹੈ, ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੰਦਰ ਦਾ ਹਾਥੀ ਸੀ, ਜਿਸ ਦਾ ਨਾਮ ਐਰਾਵਤ ਸੀ। ਔਰ ਇਸ ਹਾਥੀ ਨੇ ਵੀ, ਯਾਨੀ ਕਿ ਪਸ਼ੂ ਹੋਣ ਦੇ ਬਾਵਜੂਦ ਵੀ, ਉਸ ਨੇ ਪਰਮਾਤਮਾ ਨੂੰ ਸੱਚੇ ਦਿਲੋਂ ਇੱਕ ਖਿਣ, ਇੱਕ ਪਲ ਦੇ ਲਈ ਸੇਵਾ ਕਰਕੇ ਹੀ ਪਾ ਲਿਆ। ਅਟਲ ਰਾਜ ਧਰੂ ਪਾਇਆ ਅਚਲ ਕੈਲਾਸ ਪਰ। ਇਸੇ ਤਰ੍ਹਾਂ ਧਰੂ ਭਗਤ ਜੋ ਸੀ, ਉਹਨੇ ਬਾਲ ਉਮਰ ਦੇ ਵਿੱਚ ਹੀ ਸੱਚੇ ਦਿਲੋਂ ਪਰਮਾਤਮਾ ਦੀ ਆਰਾਧਨਾ ਕੀਤੀ ਔਰ ਜੋ ਇੱਕ ਸਥਿਰ ਰਾਜ ਕੈਲਾਸ਼ ਪਰਬਤ 'ਤੇ ਪ੍ਰਾਪਤ ਕੀਤਾ, ਜਿਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਉੱਤਰ ਦਿਸ਼ਾ ਦੇ ਵਿੱਚ ਧਰੁਵ ਤਾਰਾ ਹੈ, ਉਹ ਅਸਲ ਦੇ ਵਿੱਚ ਮਿਥਿਹਾਸਕ ਹਵਾਲਿਆਂ ਦੇ ਨਾਲ ਇਸ ਨੂੰ ਉਸ ਦੇ ਨਾਲ ਹੀ ਜੋੜਿਆ ਜਾਂਦਾ ਹੈ, ਧਰੁਵ ਭਗਤ ਦੇ ਨਾਲ ਹੀ। ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨੇ ਇੰਜ ਕਰ। ਇਸ ਲਈ ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਉਹ ਕਾਦਰ, ਉਹ ਕੁਦਰਤ, ਉਹ ਪਰਮਾਤਮਾ ਜੋ ਹੈ ਆਪਣੀ ਮਨਮਰਜ਼ੀ ਦਾ ਮਾਲਕ ਹੈ। ਉਹ ਚਾਹੇ ਤਾਂ ਮਨੁੱਖ ਨੂੰ ਰਾਜਾ, ਰੰਕ ਤੋਂ ਰਾਜਾ ਬਣਾ ਸਕਦਾ ਹੈ, ਔਰ ਉਹ ਜੇ ਕਿਸੇ 'ਤੇ ਖੁਸ਼ ਹੋਵੇ ਤਾਂ ਰੰਕ ਤੋਂ ਰਾਜਾ ਬਣਾ ਸਕਦਾ ਹੈ, ਅਤੇ ਨਹੀਂ ਤਾਂ ਕਿਸੇ ਰਾਜੇ ਨੂੰ ਵੀ ਭੀਖ ਮੰਗਾਉਣ ਦੇ ਤੁੱਲ ਕਰ ਸਕਦਾ ਹੈ। ਇਹ ਪਰਮਾਤਮਾ ਦੀ ਰਜ਼ਾ ਹੈ, ਉਸ ਨੂੰ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਕਿ ਇਸ ਤਰ੍ਹਾਂ ਨਾ ਕਰ ਜਾਂ ਇਸ ਤਰ੍ਹਾਂ ਕਰ। ਪ੍ਰਹਿਲਾਦ ਭਗਤ ਕੀ ਰੱਖਿਆ ਕੀਨੀ ਆਪ ਹਰੀ। ਕਿਉਂਕਿ ਭਗਤ ਰਵਿਦਾਸ ਤੋਂ ਬਾਅਦ ਭਗਤ ਪ੍ਰਹਿਲਾਦ ਦੀ ਗੱਲ ਕਰਦੇ ਹਨ। ਬਾਬਾ ਵਜੀਦ ਜੀ ਨੇ ਜਿੰਨੇ ਵੀ ਸਾਡੇ ਭਗਤ ਕਵੀ ਹੋਏ ਹਨ, ਜਿੰਨੇ ਵੀ ਸਾਡੇ ਮਿਥਿਹਾਸਕ ਪਾਤਰ ਹੋਏ ਹਨ, ਉਹਨਾਂ ਦੇ ਹਵਾਲੇ ਦੇ ਨਾਲ ਗੱਲ ਕੀਤੀ ਹੈ ਕਿ ਪ੍ਰਹਿਲਾਦ ਭਗਤ ਨੇ ਜੋ ਹੈ ਸੱਚੇ ਦਿਲੋਂ, ਕਿਉਂਕਿ ਉਹ ਸੱਚੇ ਸੁੱਚੇ ਅਸੂਲ ਪਸੰਦ ਭਗਤ ਸਨ, ਹਰਨਾਕਸ਼ਸ ਦੇ ਪੁੱਤਰ ਸਨ। ਪਰ ਜੋ ਹਰਨਾਕਸ਼ਸ ਸੀ ਉਹ ਆਪਣੇ ਹੀ ਪੁੱਤਰ ਪ੍ਰਹਿਲਾਦ ਨੂੰ ਜੋ ਹੈ ਮੌਤ ਦੇ ਘਾਟ ਉਤਾਰਨ ਕਰਨ ਦੇ ਲਈ ਉਤਾਵਲਾ ਸੀ। ਕਿਉਂਕਿ ਉਹ ਪ੍ਰਹਿਲਾਦ ਦੇ ਕੋਲੋਂ ਆਪਣੇ ਨਾਮ ਦਾ ਜਾਪ ਕਰਾਉਣਾ ਚਾਹੁੰਦਾ ਸੀ। ਇਸ ਲਈ ਪ੍ਰਹਿਲਾਦ ਦੇ ਉੱਤੇ ਆਏ ਸੰਕਟ ਦੇ ਸਮੇਂ ਭਗਤ ਆਪਣੇ ਪ੍ਰਹਿਲਾਦ ਭਗਤ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ। ਕਿਸ ਤਰ੍ਹਾਂ? ਹਰਨਾਕਸ਼ਸ ਮਾਰ ਬਿਦਾਰਾ ਨਖੀ ਪ੍ਰਹਾਰ ਕਰ। ਕਿਉਂਕਿ ਉਹਨਾਂ ਨੇ ਪ੍ਰਹਿਲਾਦ ਭਗਤ ਦੇ ਪਿਤਾ ਹਰਨਾਕਸ਼ਸ ਜੋ ਦੈਂਤ ਸੀ, ਉਸ ਨੂੰ ਬਿਦਾਰਾ ਨਖੀ ਯਾਨੀ ਕਿ ਆਪਣੇ ਨਹੁੰਆਂ ਦੇ ਨਾਲ ਹੀ ਇੱਕ ਤਰ੍ਹਾਂ ਦੇ ਨਾਲ ਝੰਜੋੜ ਕੇ, ਆਪਣੇ ਨਹੁੰਆਂ ਦੇ ਨਾਲ ਹੀ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਹਰਨਾਕਸ਼ਸ ਨੂੰ ਵਰ ਪ੍ਰਾਪਤ ਸੀ ਕਿ ਨਾ ਤਾਂ ਉਹ ਕਿਸੇ ਮਨੁੱਖ ਕੋਲੋਂ ਮਰੇਗਾ, ਨਾ ਕਿਸੇ ਜਾਨਵਰ ਕੋਲੋਂ, ਨਾ ਦਿਨੇ ਨਾ ਰਾਤ। ਜੋ ਵੀ ਉਸਨੇ ਵਰ ਪ੍ਰਾਪਤ ਕੀਤੇ ਹੋਏ ਸਨ, ਉਹਨਾਂ ਦੇ ਆਧਾਰ 'ਤੇ ਉਹ ਇੰਨਾ ਆਪਣੇ ਆਪ ਨੂੰ ਜੋ ਹੈ ਅਜ਼ਰ ਅਮਰ ਸਮਝਣ ਲੱਗ ਪਿਆ ਸੀ ਕਿ ਆਪਣੀਆਂ ਨੀਚ ਹਰਕਤਾਂ 'ਤੇ ਉਤਰ ਆਇਆ। ਇੱਥੋਂ ਤੱਕ ਕਿ ਆਪਣੇ ਹੀ ਪੁੱਤਰ ਪ੍ਰਹਿਲਾਦ, ਜੋ ਕਿ ਭਗਤੀ ਦੇ, ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ, ਉਸੇ ਨੂੰ ਹੀ ਮੌਤ ਦੇ ਘਾਟ ਉਤਾਰਨ ਦਾ ਜਦੋਂ ਉਸਨੇ ਆਦੇਸ਼ ਦਿੱਤਾ ਤਾਂ ਉਸ ਵਕਤ ਪਰਮਾਤਮਾ ਨੇ ਉਸ ਦੀ ਰੱਖਿਆ ਕੀਤੀ। ਪਰ ਅੰਤ ਸਮੇਂ ਜਦੋਂ ਹਰਨਾਕਸ਼ਸ ਆਪ ਉਸ 'ਤੇ ਹਮਲਾ ਕਰਨ ਲੱਗਦਾ ਹੈ ਤਾਂ ਉਸ ਵਕਤ ਭਗਵਾਨ ਨੇ ਨਰਸਿੰਘ ਅਵਤਾਰ ਧਾਰ ਕੇ ਹਰਨਾਕਸ਼ਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਆਪਣੇ ਨਹੁੰਆਂ ਦੇ ਨਾਲ ਹੀ ਉਸ ਦੇ ਉੱਤੇ ਹਮਲਾ ਕਰਕੇ। ਦ੍ਰੁਪਦ ਸੁਤਾ ਕੀ ਪੈਜ ਸੁਰਾਖੀ ਆਏ ਘਰ। ਇਸੇ ਤਰ੍ਹਾਂ ਦ੍ਰੋਪਦੀ ਦੀ, ਜੋ ਰਾਜੇ ਦ੍ਰੁਪਦ ਦੀ ਪੁੱਤਰੀ ਸੀ, ਉਸ ਦੀ ਪੈਜ, ਇੱਜ਼ਤ, ਉਸ ਦਾ ਮਾਣ ਜੋ ਸੀ, ਪਰਮਾਤਮਾ ਨੇ ਉਸ ਦੇ
ਉਸਦੇ ਘਰ ਵਿੱਚ ਜਾ ਕੇ ਉਸਦੀ ਰੱਖਿਆ ਕੀਤੀ ਔਰ ਭਰੀ ਸਭਾ ਦੇ ਵਿੱਚ ਉਸਦੀ ਇੱਜ਼ਤ ਆਬਰੂ ਨੂੰ ਬਚਾ ਲਿਆ। ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ। ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਇਹ ਪਰਮਾਤਮਾ ਦੇ ਚੋਜ ਹਨ, ਇਹ ਉਸ ਦੇ ਰਹੱਸ ਹਨ ਜਿਨ੍ਹਾਂ ਨੂੰ ਸਿਰਫ ਉਹ ਆਪ ਹੀ ਜਾਣ ਸਕਦਾ ਹੈ। ਉਸ ਦਾ ਕੋਈ ਮਨੁੱਖ ਭੇਦ ਨਹੀਂ ਪਾ ਸਕਦਾ ਉਸ ਅਦਿੱਖ ਸ਼ਕਤੀ ਦਾ, ਉਸ ਨਿਰਾਕਾਰ ਸ਼ਕਤੀ ਦਾ, ਉਸ ਕਾਦਰ ਦਾ, ਉਸ ਕੁਦਰਤ ਦਾ, ਕਿ ਉਸ ਨੂੰ ਕੀ ਚੰਗਾ ਲੱਗਦਾ ਹੈ। ਉਹ ਆਪਣੀ ਰਜ਼ਾ ਅਨੁਸਾਰ ਜੋ ਕਰਮ ਕਰਦਾ ਹੈ, ਮਨੁੱਖ ਦੇ ਹੱਥ ਵੱਸ ਨਹੀਂ ਹੈ ਕਿ ਉਸ ਦੁਆਰਾ ਕੀਤੇ ਕਰਮ ਦੇ ਉੱਤੇ, ਉਸ ਦੁਆਰਾ ਲਏ ਗਏ ਫੈਸਲੇ ਨੂੰ ਅਥਲ ਸਕੇ, ਉਥਲ ਸਕੇ, ਬਦਲ ਸਕੇ ਆਪਣੀ ਮਨ ਮਰਜ਼ੀ ਅਨੁਸਾਰ। ਸਮਝ न देख न मूड़ धूड़ हो जाएगे, क्या लपटाव है ਝੂਠ ਅੰਤ ਪਛਤਾਹੇਗੇ। ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਹੇ ਮਨੁੱਖ, ਤੂੰ ਜੋ ਕੁਝ ਦੇਖ ਰਿਹਾ ਹੈ ਸਮਝ ਨਹੀਂ ਰਿਹਾ, ਭਾਵ ਆਪਣੀ ਬੁੱਧੀ ਤੋਂ ਕੰਮ ਨਹੀਂ ਲੈ ਰਿਹਾ। ਸੋਚਣ ਸਮਝਣ ਦੀ ਸ਼ਕਤੀ ਤੈਨੂੰ ਪਰਮਾਤਮਾ ਨੇ ਦੂਸਰੇ ਜਾਨਵਰਾਂ ਨਾਲੋਂ ਨਿਵੇਕਲੀ ਦਿੱਤੀ ਹੈ। ਉਸ ਸੋਚ ਸਮਝਣ ਦੀ ਸ਼ਕਤੀ ਜਿਹੜੀ ਹੈ ਉਸ ਦਾ ਸਦਉਪਯੋਗ ਕਰਦਾ ਹੋਇਆ ਤੂੰ ਆਪਣਾ ਫੈਸਲਾ ਲੈ ਜ਼ਿੰਦਗੀ ਦਾ। ਸਮਝ ਨਾ ਦੇਖ ਨਾ ਮੂੜ ਤੂੜ ਹੋ ਜਾਏਗਾ। ਜੇਕਰ ਤੂੰ ਬਿਨਾਂ ਸੋਚੇ ਸਮਝੇ ਕੋਈ ਫੈਸਲਾ ਲਹੇਗਾ ਤਾਂ ਤੂੰ ਇਹ ਮੂਰਖ ਇਨਸਾਨ, ਤੂੰ ਜੋ ਹੈ ਮਿੱਟੀ ਦੇ ਵਿੱਚ ਮਿਲ ਜਾਏਗਾ, ਧੂੜ ਦੇ ਬਰਾਬਰ ਹੋ ਜਾਏਗੀ ਤੇਰੀ ਇਸ ਸਮਾਜ ਦੇ ਵਿੱਚ ਵੈਲਿਊ। ਕਿਆ ਲਪਟਾਵ ਹੈ ਝੂਠ ਅੰਤ ਪਛਤਾਹੇਗਾ, ਕਿ ਹੇ ਮਨੁੱਖ ਤੂੰ ਕਿਉਂ ਜੋ ਹੈ ਝੂਠੇ ਪਸਾਰੇ ਦੇ ਵਿੱਚ ਲਿਪਟਿਆ ਹੋਇਆ ਹੈ। ਅੰਤ ਤੈਨੂੰ ਆਪਣੀਆਂ ਇਹਨਾਂ ਕੂੜ ਹਰਕਤਾਂ ਸਦਕਾ ਪਛਤਾਉਣਾ ਪਏਗਾ। ਇਹ ਜੱਗ ਬਿਨ ਸਹਿ ਜਾਏਗਾ ਦੇਖੋ ਨੈਣ ਸਿਓ, ਕਿ ਹੇ ਮਨੁੱਖ ਤੂੰ ਆਪਣੇ ਨੈਣਾਂ ਦੇ ਨਾਲ, ਆਪਣੇ ਨੇਤਰਾਂ ਦੇ ਨਾਲ, ਆਪਣੀਆਂ ਅੱਖੀਆਂ ਦੇ ਨਾਲ ਨਿਰੰਤਰ ਦੇਖਣ ਦੀ ਕੋਸ਼ਿਸ਼ ਕਰ ਕਿ ਇਹ ਸਾਰਾ ਸੰਸਾਰ ਜੋ ਹੈ ਇਹ ਪਲ ਪਲ ਬਿਨਸ ਰਿਹਾ ਹੈ। ਭਾਵ ਇਸ ਸੰਸਾਰ ਦੇ ਵਿੱਚ ਹਰ ਪਲ ਜੋ ਹੈ ਪਿਛਲਾ ਬਿਨਸਦਾ ਜਾ ਰਿਹਾ ਹੈ ਔਰ ਨਵਾਂ ਸਿਰਜਦਾ ਜਾ ਰਿਹਾ ਹੈ ਉਹ ਕਾਦਰ। ਇਸ ਲਈ ਹੇ ਮਨੁੱਖ ਤੂੰ ਆਪਣੇ ਆਪ ਨੂੰ ਅਜ਼ਰ ਅਮਰ ਸਮਝਣ ਦੀ ਗਲਤੀ ਕਰ ਬੈਠਾ ਹੈ। ਤੂੰ ਵੀ ਇਸ ਨਾਸ਼ਵੰਤ ਸੰਸਾਰ ਦਾ ਹੀ ਇੱਕ ਹਿੱਸਾ ਹੈ ਔਰ ਤੂੰ ਵੀ ਇੱਕ ਦਿਨ ਮਿੱਟੀ ਦੇ ਵਿੱਚ ਮਿਲ ਜਾਣਾ ਹੈ। ਇਸ ਲਈ ਵਕਤ ਰਹਿੰਦਿਆਂ ਹੋਇਆਂ ਆਪਣੀ ਸੋਚਣ ਸਮਝਣ ਦੀ ਸ਼ਕਤੀ ਦਾ ਪ੍ਰਯੋਗ ਕਰ। ਆਪਣੇ ਗਿਆਨ ਰੂਪੀ ਚਕਸ਼ੂ ਜਿਹੜੇ ਨੇ, ਗਿਆਨ ਰੂਪੀ ਨੇਤਰ ਨੇ, ਇਹਨਾਂ ਨੂੰ ਖੋਲ੍ਹ ਕੇ ਦੇਖ ਤੇਰੇ ਸਾਹਮਣੇ ਜੋ ਇਹ ਪਸਾਰਾ ਹੈ ਇਹ ਪਲ ਪਲ ਬਿਨਸਦਾ ਜਾ ਰਿਹਾ ਹੈ ਔਰ ਤੂੰ ਵੀ ਇੱਕ ਦਿਨ ਇਸੇ ਤਰ੍ਹਾਂ ਖਤਮ ਹੋ ਜਾਏਗਾ। ਵਜੀਦਾ 4 ਦਿਵਸ ਮੇਜ਼ਬਾਨ ਬਿਗਾਰਹੁ ਕੌਣ ਸਿਓ। ਇਸ ਲਈ ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਹੇ ਮਨੁੱਖ ਤੂੰ ਇਸ ਸੰਸਾਰ ਦੇ ਵਿੱਚ 4 ਦਿਨ ਦਾ ਮਹਿਮਾਨ ਹੈ, 4 ਦਿਨ ਦਾ, 4 ਦਿਵਸ, 4 ਦਿਨ ਦਾ ਪ੍ਰਾਹੁਣਾ ਹੈ। ਇਸ ਲਈ ਤੂੰ ਆਪਣੇ ਵਕਤ ਦਾ ਸਦਉਪਯੋਗ ਕਰ ਔਰ ਇਸ ਸੰਸਾਰ ਦੇ ਵਿੱਚ ਪ੍ਰੇਮ ਦਾ ਵਿਹਾਰ ਕਰ, ਪ੍ਰੇਮ ਪੂਰਵਕ ਸਭ ਦੇ ਨਾਲ ਮਿਲ ਜੁਲ ਕੇ ਰਹਿ। ਬਿਗਾਰਹੁ ਕੌਣ ਸਿਓ, ਕਿਉਂ ਤੂੰ ਜੋ ਹੈ ਦੂਜਿਆਂ ਦੇ ਨਾਲ ਬੇਮਤਲਬ ਵਿਗਾੜ ਪਾਉਂਦਾ ਹੈ, ਕਿਉਂ ਦੂਜਿਆਂ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਜੋ ਪਾਪਾਂ ਦਾ ਭਾਗੀ ਬਣਦਾ ਜਾ ਰਿਹਾ ਹੈ। ਇਸ ਲਈ ਹੇ ਮਨੁੱਖ ਤੂੰ ਆਪਣੀ ਬੁੱਧੀ ਤੋਂ, ਸੋਚਣ ਸਮਝਣ ਦੀ ਸ਼ਕਤੀ ਤੋਂ ਕੰਮ ਲੈ ਔਰ ਇਸ ਸੰਸਾਰ ਦੇ ਬਾਕੀ ਜੀਵਾਂ ਦੇ ਨਾਲ ਵੀ ਪ੍ਰੇਮ ਪੂਰਵਕ ਵਿਹਾਰ ਕਰ। ਨਹੀਂ ਤਾਂ ਤੂੰ ਜੋ ਹੈ 4 ਪਲ ਦਾ ਪ੍ਰਾਹੁਣਾ ਹੈ, ਖਤਮ ਤਾਂ ਹੋ ਹੀ ਜਾਣਾ ਹੈ। ਜੇਕਰ ਚੰਗੇ ਕਰਮ ਕਰੇਗਾ, ਇਸ ਸੰਸਾਰ ਦੇ ਵਿੱਚ ਪ੍ਰੇਮ ਪੂਰਵਕ ਰਹੇਗਾ ਤਾਂ ਤੈਨੂੰ ਬਾਅਦ ਦੇ ਵਿੱਚ ਵੀ ਕੋਈ ਯਾਦ ਕਰੇਗਾ, ਅਨਿਆਥਾ ਤੂੰ ਜੋ ਹੈ ਮਿੱਟੀ ਦੇ ਵਿੱਚ ਮਿਲ ਜਾਏਗਾ ਔਰ ਤੇਰਾ ਇਸ ਸੰਸਾਰ 'ਤੇ ਕੋਈ ਨਾਮ ਲੈਣ ਵਾਲਾ ਵੀ ਨਹੀਂ ਰਹੇਗਾ। ਭਾਵ ਤੇਰਾ ਇਸ ਸੰਸਾਰ ਦੇ ਉੱਤੇ ਨਾਮ ਨਿਸ਼ਾਨ ਹੀ ਨਹੀਂ ਰਹੇਗਾ। ਸੋ ਉਮੀਦ ਹੈ ਕਿ ਬਾਬਾ ਵਜੀਦ ਦੁਆਰਾ ਲਿਖੇ ਗਏ ਇਹ ਜੋ ਸ਼ਲੋਕ ਨੇ ਇਹ ਵਿਦਿਆਰਥੀਆਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਸਮਝ ਆ ਰਹੇ ਹੋਣਗੇ। ਫਿਰ ਵੀ ਜੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤਾਂ ਵਿਦਿਆਰਥੀ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਕਰਕੇ ਕੋਈ ਕਿੰਤੂ ਪਰੰਤੂ ਕਰ ਸਕਦੇ ਨੇ, ਕੋਈ ਸਵਾਲ ਪੁੱਛ ਸਕਦੇ ਨੇ ਆਪਣੀ ਜਿਗਿਆਸਾ ਦੇ ਨਾਲ ਸੰਬੰਧਿਤ। ਸੋ ਬੇਨਤੀ ਹੈ ਕਿ ਜੋ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਸ਼ੇਅਰ ਵੀ ਕਰਦੇ ਰਹਿਣ ਤਾਂ ਜੋ ਹੋਰ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸੁਚਾਰੂ ਰੂਪ ਦੇ ਨਾਲ ਜਾਰੀ ਰੱਖ ਸਕਣ। ਸੋ ਮਿਲਦੇ ਹਾਂ ਅਗਲੀ ਵੀਡੀਓ ਭਾਗ 3 ਦੇ ਵਿੱਚ। ਤਦ ਤੱਕ ਲਈ ਇਜਾਜ਼ਤ।
ਧੰਨਵਾਦ।